ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ। ਜੋ ਜਾਨ ਲੇਹਿ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੈ ਜਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ ਰਹਾਉ। ਜਿਹੀ ਘਟ ਰਾਮ ਰਹਿਆ ਭਰਪੂਰ, ਤਿਨ ਕੀ ਪਗ ਪੰਕਜ ਹਮ ਧੂਰ। ਜਾਤ ਜੁਲਾਹਾ ਮਤ ਕਾ ਧੀਰ, ਸਹਜ ਸਹਜ ਗੁਣ ਰਮੈ ਕਬੀਰ। ਜਾਤ ਜੁਲਾਹਾ ਮਤ ਕਾ ਧੀਰ, ਸਹਜ ਸਹਜ ਗੁਣ ਰਮੈ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ। ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਸਰਵਣ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਹੀ ਉਦਮ ਅਤੇ ਯਤਨ ਕੀਤਾ ਹੈ। ਗੁਰੂ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਗੌੜੀ ਰਾਗ ਦੇ ਵਿੱਚੋਂ ਤਿੰਨਾਂ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਭਗਤ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਕਿਉਂਕਿ ਕਈ ਵਾਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ, ਪਹਿਲੀ ਤੇ ਗੱਲ ਹੈ ਕਿ ਬਹੁਤ ਘੱਟ ਪੜ੍ਹਨ ਦੇ ਆਦੀ ਹਾਂ। ਜੇ ਅਸੀਂ ਪੜ੍ਹਦੇ ਵੀ ਹਾਂ ਤਾਂ ਬਹੁਤ ਘੱਟ ਸੰਗਤ ਹੈ ਜਿਹੜੀ ਆਪ ਨਿਰੰਤਰ ਜਿਹੜਾ ਹੈ ਉਹ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੀ ਹੈ। ਤੇ ਜੇ ਅਸੀਂ ਮਹਾਰਾਜ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਦੇ ਹਾਂ ਤਾਂ ਬਹੁਤ ਘੱਟ ਕੁਝ ਸ਼ਬਦਾਂ ਦੀ ਆਪਾਂ ਵਿਚਾਰ ਕਰਦੇ ਹਾਂ। ਤਾਂ ਇਹ ਇੱਕ ਰੈਗੂਲਰ ਪ੍ਰੋਸੈਸ ਹੈ, ਇੱਕ ਨਿਰੰਤਰ ਅਭਿਆਸ ਹੈ। ਜਿਉਂ-ਜਿਉਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ ਔਰ ਉਸ ਦਾ ਵਿਚਾਰ ਕਰੀਏ ਤਾਂ ਨਿਤ ਹੀ ਨਵੇਂ ਖਿਆਲ ਉਪਦੇਸ਼ ਸਾਨੂੰ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ। ਸੋ ਸਾਡਾ ਸਭਨਾਂ ਦਾ ਇਹ ਮੂਲ ਫਰਜ਼ ਬਣ ਜਾਂਦਾ ਹੈ ਕਿ ਜਿਸ ਮਹਾਰਾਜ ਦੀ ਪਾਵਨ ਬਾਣੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਗੁਰੂ ਸਰੂਪ ਸਤਿਗੁਰੂ ਮਹਾਰਾਜ ਦੇ ਅੰਮ੍ਰਿਤਮਈ ਬਚਨਾਂ ਨੂੰ ਥੋੜ੍ਹਾ ਬਹੁਤ ਅਸੀਂ ਆਪਣੀ ਮਤ ਬੁੱਧ ਸਮਰੱਥਾ ਮੁਤਾਬਕ ਵਿਚਾਰਨ ਅਤੇ ਸਮਝਣ ਦਾ ਯਤਨ ਵੀ ਕਰੀਏ।
ਸੋ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 328 ਉੱਤੇ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਇੱਕ ਨੁਕਤਾ ਹੈ, ਇੱਕ ਖਿਆਲ ਹੈ। ਮਨੁੱਖ ਜਿਹੋ ਜਿਹਾ ਚਿੰਤਨ ਕਰਦਾ ਹੈ ਉਹੋ ਜਿਹੀ ਉਸ ਦੀ ਆਪਣੀ ਦਸ਼ਾ ਹੋ ਜਾਂਦੀ ਹੈ ਤੇ ਉਹੋ ਜਿਹਾ ਉਸ ਦਾ ਵਿਹਾਰ ਬਣ ਜਾਂਦਾ ਹੈ। ਮਲੀਨ ਵਿਚਾਰ ਮਨੁੱਖ ਦੇ ਅੰਤਰ ਆਤਮੇ ਨੂੰ ਵੀ ਮਲੀਨ ਭਾਵ ਮੈਲਾ ਕਰਦੇ ਹਨ ਤੇ ਜਿੰਨਾ ਮਨੁੱਖ ਦਾ ਅੰਤਰ ਆਤਮਾ ਮੈਲਾ ਹੋ ਜਾਂਦਾ ਹੈ ਓਨਾ ਹੀ ਮਨੁੱਖ ਦੇ ਵਿਹਾਰ ਵਿੱਚ ਵੀ ਮਲੀਨਤਾ ਤੇ ਮੈਲਾਪਨ ਆ ਜਾਂਦਾ ਹੈ। ਸਰੀਰ ਦੀ ਗੰਦਗੀ ਨੂੰ, ਸਰੀਰ ਦੇ ਉੱਤੇ ਪਈ ਹੋਈ ਮਿੱਟੀ ਧੂੜ ਮੈਲ ਨੂੰ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ। ਤਨ ਦੇ ਬਸਤਰ ਜਦੋਂ ਮਲੀਨ ਹੁੰਦੇ ਨੇ, ਪਲੀਤ ਹੁੰਦੇ ਨੇ, ਗੰਦੇ ਹੁੰਦੇ ਨੇ, ਸਾਬਣ ਪਾਣੀ ਦੇ ਸੁਮੇਲ ਨਾਲ ਧੋਤੇ ਜਾਂਦੇ ਨੇ। ਜਦੋਂ ਸਾਡੀ ਮੱਤ ਮੈਲੀ ਹੁੰਦੀ ਹੈ ਤਾਂ ਪਰਮੇਸ਼ਰ ਦੇ ਨਾਮ ਬਾਝੋਂ ਉਸ ਨੂੰ ਉਜਲਿਆ ਨਹੀਂ ਕੀਤਾ ਜਾ ਸਕਦਾ, ਸਾਫ਼ ਨਹੀਂ ਕੀਤਾ ਜਾ ਸਕਦਾ। ਅਜਿਹਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰ ਮਤ ਪਾਪ ਨਾਲ ਕਿਵੇਂ ਭਰਦੀ ਹੈ? ਪਾਪ ਕੋਈ ਜਮਾਂਦਰੂ ਸਾਡੇ ਹਿੱਸੇ ਨਹੀਂ ਆਉਂਦਾ। ਪਾਪ ਇੱਕ ਮਲੀਨ ਵਿਚਾਰ ਹੈ, ਇੱਕ ਸੋਚ ਹੈ, ਇੱਕ ਚਿੰਤਨ ਹੈ ਜੋ ਸਾਡੇ ਅੰਦਰ ਟਿਕ ਜਾਂਦਾ ਔਰ ਸਾਡੇ ਅੰਤਰ ਆਤਮੇ ਨੂੰ ਉਹੋ ਜਿਹਾ ਹੀ ਮੈਲਾ ਕਰ ਜਾਂਦਾ। ਅਸੀਂ ਵੱਖ-ਵੱਖ ਮਾੜੀਆਂ ਬਿਰਤੀਆਂ ਦੇ ਵਿੱਚ ਰੋਜ਼ ਉਲਝੇ ਰਹਿੰਦੇ ਹਾਂ ਤੇ ਇੰਨੀ ਕੁ ਮੈਲ ਇਕੱਠੀ ਕਰ ਲੈਂਦੇ ਹਾਂ। ਗਰੀਬ ਨਵਾਜ਼ ਨੇ ਫਰਮਾਇਆ, ਸਾਡੇ ਮਨ ਦੀ ਹਾਲਤ ਉਸ ਕੱਪੜੇ ਵਰਗੀ ਹੈ ਜਿਸ ਨੂੰ ਖਨਲੀ ਕਿਹਾ ਜਾਂਦਾ ਹੈ। ਕੋਲੂ ਜਿਸ ਵਿੱਚ ਤੇਲ, ਤਿਲਾਂ ਦਾ, ਸਰੋਂ ਦਾ ਜਾਂ ਹੋਰ ਐਸੀਆਂ ਜਿਹੜੀਆਂ ਤੇਲ ਵਾਲੀਆਂ ਚੀਜ਼ਾਂ ਨੇ, ਬੀਜ ਨੇ, ਉਹਨਾਂ ਨੂੰ ਜਦੋਂ ਉਹਦੇ ਵਿੱਚ ਪਾ ਕੇ ਉਹਨਾਂ ਦਾ ਤੇਲ ਕੱਢਿਆ ਜਾਂਦਾ ਤੇ ਉਹ ਸਾਰੀ ਮਸ਼ੀਨ ਹੀ ਆਲਿਓਂ ਦੁਆਲਿਓਂ ਜਿਹੜੀ ਹੈ ਉਹ ਤੇਲ ਨਾਲ ਤੇ ਮਿੱਟੀ ਦੇ ਨਾਲ ਮੈਲੀ ਹੋ ਜਾਂਦੀ। ਪੁਰਾਣੇ ਸਮੇਂ 'ਚ ਉਹਨੂੰ ਕੋਲੂ ਕਿਹਾ ਜਾਂਦਾ ਸੀ। ਅੱਜ ਵੀ ਪਿੰਡਾਂ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ। ਮਹਾਰਾਜ ਦੀ ਬਾਣੀ ਵਿੱਚ ਵੀ ਇਹ ਸ਼ਬਦ ਆਉਂਦਾ ਹੈ, ਜਿਉਂ ਤਨ ਕੋਲੂ ਪੀੜੀਐ ਰਤ ਨਾ ਭੋਰੀ ਡੇ। ਉਸ ਕੋਲੂ ਨੂੰ ਜਿਹਦੇ ਵਿੱਚੋਂ ਤੇਲ ਕੱਢਿਆ ਜਾਂਦਾ ਸੀ ਉਹਨੂੰ ਸਾਫ਼ ਕਰਨ ਵਾਸਤੇ, ਕਿਉਂਕਿ ਉਹਦੇ ਤੇ ਮਿੱਟੀ ਵੀ ਪੈਂਦੀ ਸੀ, ਡਸਟ ਵੀ ਪੈਂਦੀ ਸੀ, ਉਹ ਤੇਲ ਕੱਢਣ ਵਾਲਾ ਤੇਲੀ ਜਿਹੜਾ ਇੱਕ ਕੱਪੜਾ ਆਪਣੇ ਕੋਲ ਰੱਖਦਾ ਜਿਹਦੇ ਨਾਲ ਉਹਨੂੰ ਕੋਲੂ ਨੂੰ ਸਾਫ਼ ਕਰਦਾ ਰਹਿੰਦਾ ਕਿ ਤੇਲ ਵਿੱਚ ਮਿੱਟੀ ਨਾ ਹੋਰ ਰਲੇ, ਮੈਲ ਨਾ ਰਲ ਜਾਏ। ਹੁਣ ਜਿਹੜੇ ਕੱਪੜੇ ਨਾਲ ਉਹਨੂੰ ਸਾਫ਼ ਕਰਨਾ ਹੈ ਉਹਨੂੰ ਤੇਲ ਵੀ ਲੱਗਦਾ ਰਹਿਣਾ ਹੈ ਰੋਜ਼ ਤੇ ਮਿੱਟੀ ਵੀ ਲੱਗਦੀ ਰਹਿਣੀ ਹੈ ਤੇ ਉਹ ਇੰਨਾ ਕੁ ਮੈਲਾ ਹੋ ਜਾਂਦਾ ਸੀ ਵੀ ਜੇ ਬੰਦਾ ਉਹਨੂੰ ਸੈਂਕੜੇ ਵਾਰ ਵੀ ਧੋ ਲਵੇ ਨਾ ਤੇ ਉਹ ਸਾਫ਼ ਨਹੀਂ ਸੀ ਹੁੰਦਾ, ਕਿਉਂਕਿ ਉਹਦੇ ਰੇਸ਼ਿਆਂ ਦੇ ਵਿੱਚ ਤੇਲ, ਥਿੰਦਿਆਈ ਤੇ ਮੈਲ ਜਮ੍ਹਾਂ ਹੋ ਜਾਂਦੀ ਸੀ। ਉਹਨੂੰ ਲੱਖ ਵਾਰ ਧੋ ਲਓ, ਉਹ ਕੱਪੜਾ ਧੋਤਿਆਂ ਪਾਟ ਜਾਏਗਾ ਪਰ ਸਾਫ਼ ਸ਼ੁੱਧ ਨਹੀਂ ਹੋਏਗਾ, ਚਿੱਟਾ ਨਹੀਂ ਨਿਕਲ ਸਕਦਾ ਦੁਬਾਰਾ। ਮਹਾਰਾਜ ਨੇ ਉਹ ਉਦਾਹਰਣ ਦਿੱਤੀ, ਕਹਿਣ ਲੱਗੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ। ਵੀ ਇੰਨੀ ਕੁ ਮੈਲ ਕਿਸੇ ਨੂੰ ਲੱਗਦੀ ਜਾਏ, ਕਿਸੇ ਕੱਪੜੇ ਨੂੰ ਲੱਗਦੀ ਰਹੇ ਕਿ ਉਹਦੇ ਰੇਸ਼ਿਆਂ ਤੱਕ ਪਹੁੰਚ ਜਾਏ ਉਹ ਮੈਲ, ਤੇ ਉਹ ਦੁਬਾਰਾ ਪਹਿਲੀ ਵਾਲੀ ਨਵੀਂ ਨਕੋਰ ਹਾਲਤ ਵਿੱਚ ਨਹੀਂ ਆਉਂਦਾ। ਮਹਾਰਾਜ ਨੇ ਕਿਹਾ, ਕਿਤੇ ਸਾਡੇ ਮਨ ਦੀ ਵੀ ਐਸੀ ਦਸ਼ਾ ਨਹੀਂ? ਅਸੀਂ ਵੱਖ-ਵੱਖ ਬਿਰਤੀਆਂ ਵਿੱਚ ਭਟਕ ਕੇ ਮੈਲੇ ਖਿਆਲਾਂ ਦੀ ਮੈਲ ਅੰਦਰ ਜਮ੍ਹਾਂ ਕਰਦੇ ਰਹਿੰਦੇ ਹਾਂ। ਮਨ ਦਾ ਆਪਣਾ ਅਸਲ ਰੂਪ ਹੀ ਗਵਾਚ ਜਾਂਦਾ। ਮਨ ਦਾ ਅਸਲ ਅਸਤਿਤਵ, ਅਸਲ ਸਚਾਈ ਹੀ ਗੁੰਮ ਹੋ ਜਾਂਦੀ ਹੈ। ਮਨੁੱਖ ਇੰਨਾ ਕੁ ਆਪਣੇ ਮੂਲ ਤੋਂ ਵਿਛੜ ਕੇ ਦੂਰ ਚਲਿਆ ਜਾਂਦਾ ਹੈ ਵੀ ਇਹਨੂੰ ਸਮਝ ਨਹੀਂ ਰਹਿੰਦੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਮਝ ਤਾਂ ਆਏ ਜਿਹਨੂੰ ਆਪਣਾ ਕੋਈ ਰੂਪ ਅਸਲੀ ਨਜ਼ਰ ਵਿੱਚ ਆਏ।
ਉਹ ਅਹਿਸਾਸ ਹੀ ਇਸ ਦੇ ਇੰਨੇ ਕੁ ਕਮਜ਼ੋਰ ਪੈ ਜਾਂਦੇ ਨੇ, ਇੰਨੇ ਕੁ ਮਰ ਮੁੱਕ ਜਾਂਦੇ ਨੇ ਵੀ ਅੰਦਰ ਕੋਈ ਸੁਚੱਜਾ ਖਿਆਲ ਉਤਪੰਨ ਹੀ ਨਹੀਂ ਹੁੰਦਾ, ਪ੍ਰਗਟ ਹੀ ਨਹੀਂ ਹੁੰਦਾ, ਪੈਦਾ ਹੀ ਨਹੀਂ ਹੁੰਦਾ। ਤੋ ਮਹਾਰਾਜ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕਉ ਮੜ ਲਾਗੀ, ਕਾਲਾ ਹੋਆ ਸਿਆਹ ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾ। ਇਹਦੀ ਹਾਲਤ ਉਸ ਖੰਨਲੀ, ਉਸ ਕੱਪੜੇ ਵਰਗੀ ਹੈ ਜਿਹਨੂੰ ਥੰਧਿਆਈ ਤੇ ਮਿੱਟੀ ਲੱਗ ਲੱਗ ਕੇ ਉਹਦਾ ਅਸਲ ਰੂਪ ਇੰਨਾ ਕੁ ਗਵਾਚ ਗਿਆ ਵੀ ਉਹਨੂੰ ਸੈਂਕੜੇ ਵਾਰ ਵੀ ਧੋਤਾ ਜਾਏ ਤੇ ਉਹ ਪਹਿਲਾਂ ਵਾਲੀ ਸਾਫ਼ ਸੁਥਰੀ ਹਾਲਤ ਵਿੱਚ ਨਹੀਂ ਆਉਂਦਾ। ਮਨ ਦੀ ਪਵਿੱਤਰਤਾ ਗਵਾਚ ਜਾਂਦੀ ਹੈ, ਖਿਆਲ ਮਲੀਨ ਹੋ ਜਾਂਦੇ ਹਨ, ਅੰਤਰਾਤਮੇ ਵਿੱਚ ਮੰਦੇ ਖਿਆਲਾਂ ਦੀ ਮੈਲ ਸੰਸਕਾਰਾਂ ਦੀ ਜੰਮ ਜਾਂਦੀ ਹੈ, ਜਿਸ ਕਰਕੇ ਵਿਹਾਰ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ। ਫਿਰ ਮਨੁੱਖ ਉਸ ਹਾਲਤ ਨੂੰ ਪਿਆਰ ਕਰਨ ਲੱਗ ਜਾਂਦਾ ਹੈ, ਕਿਉਂਕਿ ਉਹ ਹਾਲਤ ਵਿੱਚ ਜੀ ਰਿਹਾ ਹੁੰਦਾ। ਇਹ ਕੁਦਰਤ ਦਾ ਇੱਕ ਨਿਯਮ ਹੈ, ਪਰਮੇਸ਼ਰ ਦਾ ਇਹ ਹੁਕਮ ਹੈ। ਮਨੁੱਖ ਜਿਹੋ ਜਿਹੀ ਥਾਂ ਦੇ ਉੱਤੇ ਰਹਿਣ ਲੱਗ ਜਾਂਦਾ ਹੈ, ਉਸੇ ਤਰ੍ਹਾਂ ਦਾ ਉਸ ਦਾ ਰਹਿਣ ਸਹਿਣ ਹੋ ਜਾਂਦਾ ਹੈ। ਉਹੋ ਜਿਹਾ ਖਾਣ ਪੀਣ, ਬੋਲ ਚਾਲ, ਹੌਲੀ ਹੌਲੀ ਆਲੇ ਦੁਆਲੇ ਦੇ ਇਨਵਾਇਰਮੈਂਟ ਵਿੱਚ ਬੰਦਾ ਘੁਲ ਮਿਲ ਜਾਂਦਾ ਹੈ। ਉਹਨੂੰ ਫਿਰ ਉਹ ਅਜੀਬ ਨਹੀਂ ਲੱਗਦੀ ਹਾਲਤ ਜਿੱਥੇ ਉਹ ਰਹਿੰਦਾ ਨਾ। ਅਸੀਂ ਪਾਸਿਓਂ ਵੇਖਣ ਵਾਲੇ ਕਈ ਵਾਰ ਕਹਿੰਦੇ ਬੰਦਾ ਕਿੰਨਾ ਔਖਾ ਜੀ ਰਿਹਾ, ਪਰ ਉਹ ਘੁਲ ਮਿਲ ਗਿਆ ਉਸ ਇਨਵਾਇਰਮੈਂਟ ਵਿੱਚ। ਉਹਦੀ ਐਡਜਸਟਮੈਂਟ ਇੰਨੀ ਡੂੰਘੀ ਹੋ ਗਈ ਵੀ ਉਹਨੂੰ ਹੁਣ ਓਪਰਾ ਨਹੀਂ ਲੱਗਦਾ। ਇਸੇ ਤਰ੍ਹਾਂ ਅਸੀਂ ਵੀ ਆਪਣੇ ਮਨ ਦੀ ਦਸ਼ਾ ਵਿੱਚ ਇੰਨੇ ਕੁ ਗ੍ਰਸਤ ਹੋ ਜਾਂਦੇ ਆ, ਇੰਨਾ ਕੁ ਉਹਦੇ ਵਿੱਚ ਐਡਜਸਟਮੈਂਟ ਸਾਡੀ ਹੋ ਜਾਂਦੀ ਹੈ, ਘੁਲ ਮਿਲ ਜਾਂਦੇ ਆ ਕਿਸੇ ਖਿਆਲ, ਕਿਸੇ ਆਦਤ ਨਾਲ, ਵੀ ਦੂਜੇ ਨੂੰ ਕਈ ਵਾਰ ਸਾਡੀ ਆਦਤ ਅਜੀਬ ਲੱਗਦੀ ਹੈ। ਉਹ ਹੈਰਾਨ ਹੁੰਦਾ ਹੈ, ਪਰ ਸਾਨੂੰ ਅਜੀਬ ਨਹੀਂ ਲੱਗਦੀ, ਕਿਉਂਕਿ ਸਾਡੀ ਐਡਜਸਟਮੈਂਟ ਹੀ ਉਸ ਇਨਵਾਇਰਮੈਂਟ ਇਹੋ ਜਿਹੀ ਹੋ ਜਾਂਦੀ। ਦੂਜਾ ਸਾਨੂੰ ਟੋਕਦਾ ਵੀ ਕੀ ਕਰਦਾ, ਪਰ ਸਾਡੀ ਕਿਉਂਕਿ ਆਦਤ ਬਣ ਗਈ, ਸੁਭਾਅ ਬਣ ਗਿਆ, ਉਹ ਵਿਚਾਰ ਸਾਡੇ ਅੰਦਰ ਰਚ ਮਿਚ ਗਿਆ, ਸਾਡੀ ਬਣਤਰ ਵਿੱਚ ਉਤਰ ਗਿਆ, ਸਾਨੂੰ ਅਜੀਬ ਨਹੀਂ ਲੱਗਦਾ। ਕਿਤੇ ਕੋਈ ਚੰਗਾ ਸੰਸਕਾਰ ਸਾਡੇ ਅੰਦਰੋਂ ਜਾਗ ਪਵੇ, ਕੋਈ ਚੰਗੀ ਭਾਵਨਾ, ਫੀਲਿੰਗ ਸਾਡੇ ਅੰਦਰ, ਕੋਈ ਚੰਗਾ ਅਹਿਸਾਸ ਉਤਪੰਨ ਹੋ ਜਾਏ ਕਿਸੇ ਚੰਗੀ ਸੰਗਤ ਦੇ ਆਸਰੇ ਨਾਲ, ਚੰਗੇ ਉਪਦੇਸ਼ ਦੇ ਪ੍ਰਭਾਵ ਨਾਲ, ਤਾਂ ਫਿਰ ਅਸੀਂ ਮੋੜਾ ਕੱਟਣ ਦੀ ਸੰਭਾਵਨਾ ਰੱਖਦੇ ਹਾਂ ਕਿ ਵਾਪਸ ਪਰਤੀਏ, ਆਪਣੇ ਮੂਲ ਨਾਲ ਜੁੜੀਏ, ਆਪਣੇ ਅਸਲੇ ਨੂੰ ਪਹਿਚਾਣੀਏ, ਆਪਣੇ ਅਸਤਿਤਵ ਨੂੰ, ਆਪਣੀ ਸਜਾਈ ਨੂੰ ਸਮਝੀਏ। ਨਹੀਂ ਤੇ ਮਨੁੱਖ ਉਸੇ ਰਾਹ ਤੁਰਿਆ ਜਾਂਦਾ। ਤੋ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਜੀਵਨ ਦੀ ਗੱਲ ਵੀ ਕਰਦੇ ਨੇ। ਆਪਾਂ ਜਦੋਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ, ਤੀਸਰੇ ਪਾਤਸ਼ਾਹ ਦੀ ਇਹ ਪਾਵਨ ਬਾਣੀ ਆ, ਕੁੱਲ 40 ਪੌੜੀਆਂ ਨੇ ਇਸ ਦੀਆਂ। ਆਮ ਵਿਧਾਨ ਵਿੱਚ ਆਪਾਂ ਕੇਵਲ 6 ਪੌੜੀਆਂ ਦਾ ਪਾਠ ਹੀ ਕਰਦੇ ਹਾਂ। ਤੋ ਇਹਨਾਂ 40 ਪੌੜੀਆਂ ਦੇ ਵਿੱਚ 2 ਪੌੜੀਆਂ ਐਸੀਆਂ ਨੇ, ਇੱਕ ਜਗ੍ਹਾ ਤੇ ਹਜ਼ੂਰ ਨੇ ਕਿਹਾ, ਜੀਉ ਮੈਲੇ ਬਾਹਰੋਂ ਨਿਰਮਲ। ਹੁਣ ਬਾਹਰ ਦਾ ਤਾਂ ਆਮ ਬੰਦਾ ਵੈਸੇ ਹੀ ਖਿਆਲ ਰੱਖਦਾ, ਕੋਈ ਦਰਿਦਰਿਆ ਵੀ ਹੋਵੇ ਨਾ ਕੱਪੜੇ ਤਾਂ ਧੋਵੇ, ਇਸ਼ਨਾਨ ਨਾ ਕਰੇ ਪ੍ਰੋਪਰ ਰੋਜ਼, ਤੇ ਉਹਨੂੰ ਕਈ ਵਾਰ ਘਰ ਦੇ ਰੌਲਾ ਰੱਪਾ ਪਾ ਕੇ ਕਹਿੰਦੇ ਨੇ ਵੀ ਤੂੰ ਬਿਮਾਰ ਜਾਂ ਦਲਿਦਰਿਆ ਹੈ, ਤੂੰ ਨਹਾ ਲੈ, ਤੂੰ ਸੋਹਣੇ ਕੱਪੜੇ ਪਾ ਲੈ, ਸਾਫ ਸੁਥਰੇ। ਜਾਂ ਬੰਦਾ ਨੱਕ ਨਮੂਜ, ਸ਼ਰਮੋ ਸ਼ਰਮੀ ਵੀ ਸਰੀਰ ਨੂੰ ਸਾਫ ਰੱਖਦਾ ਹੀ ਹੈ ਪ੍ਰੋਪਰ। ਪਰ ਮਹਾਰਾਜ ਨੇ ਇੱਥੇ ਕਿਹਾ ਵੀ ਤਨ ਬਾਹਰੋਂ ਤਾਂ ਬੰਦਾ ਨਿਰਮਲ ਹੈ, ਕੱਪੜੇ ਚੰਗੇ ਹਨ, ਸਰੀਰ ਸੋਹਣਾ ਹੈ, ਤੇ ਵਿਖਾਵਾ ਵੀ ਬੰਦਾ ਕਈ ਵਾਰ ਸੋਹਣਾ ਕਰ ਲੇ, ਵੀ ਜਤਾਉਂਦਾ ਇਹ ਹੈ ਵੀ ਮੇਰਾ ਵਿਹਾਰ ਬੜਾ ਚੰਗਾ ਹੈ। ਮਹਾਰਾਜ ਕਹਿੰਦੇ ਨੇ ਪਰ ਜੀਉ ਮੈਲੇ, ਜੀ ਕਰਕੇ ਮੈਲਾ ਹੈ। ਤੋ ਜਿੱਥੇ ਵੀ ਐਸੀ ਦਸ਼ਾ, ਮਹਾਰਾਜ ਨੇ ਉਹਨੂੰ ਕਿਹਾ ਤਿਨੀ ਜਨਮ ਜੂਏ ਹਾਰਿਆ। ਉਹ ਤਾਂ ਸਮਝੋ ਜੂਏ ਵਿੱਚ ਆਪਣਾ ਜਨਮ ਹਾਰ ਰਹੇ ਨੇ, ਉਹ ਜੀਵਨ ਦੀ ਬਾਜੀ ਹਾਰ ਰਹੇ ਨੇ, ਜੀਵਨ ਦੀ ਖੇਡ ਵਿੱਚ ਪਛੜ ਗਏ ਨੇ। ਤੋ ਇੱਕ ਤਾਂ ਇਹ ਜੀਵਨ ਦੀ ਮਹਾਰਾਜ ਨੇ ਗੱਲ ਕਹੀ ਹੈ, ਦੂਜੀ ਕਿਹੜੀ ਕਹੀ ਹੈ, ਜੀਉ ਨਿਰਮਲ ਬਾਹਰੋਂ ਨਿਰਮਲ। ਇੱਕ ਉਹ ਹਨ ਜਿਹੜੇ ਜੀ ਕਰਕੇ ਵੀ ਪਵਿੱਤਰ ਹਨ, ਉਹਨਾਂ ਨੇ ਪਵਿੱਤਰਤਾ ਨੂੰ ਆਪਣੇ ਮਨ ਉੱਤੇ ਵੀ ਲਾਗੂ ਕੀਤਾ ਹੈ, ਮਨ ਦੀ ਪਾਕੀਜ਼ਗੀ ਤੇ ਸਫਾਈ ਵੱਲ ਵੀ ਧਿਆਨ ਦਿੱਤਾ ਹੈ, ਤੇ ਉਹਨਾਂ ਨੇ ਆਪਣਾ ਵਿਹਾਰ ਵੀ ਮੈਲਾ ਨਹੀਂ ਕੀਤਾ। ਇਹ ਨਹੀਂ ਵੀ ਉਹ ਲੋਕ ਵਿਖਾਵੇ ਲਈ ਚੰਗਾ ਵਿਹਾਰ ਕਰਦੇ, ਨਹੀਂ, ਉਹਨਾਂ ਦੇ ਸੁਭਾਅ ਵਿੱਚ ਹੀ ਪਵਿੱਤਰਤਾ ਹੈ,
ਉਹ ਪਵਿੱਤਰਤਾ ਅੰਦਰੋਂ ਬਾਹਰ ਜ਼ਾਹਰ ਹੁੰਦੀ। ਦੂਜੇ ਨੂੰ ਕੀ ਕਰਨਾ ਪੈਂਦਾ? ਜਿਹਦਾ ਜੀਓ ਮੈਲੇ ਬਾਹਰੋਂ ਨਿਰਮਲ ਹੈ। ਉਹ ਤਾਂ ਹੁਣ ਦੋ ਤਰ੍ਹਾਂ ਦਾ ਜੀਵਨ ਜੀਂਦਾ ਨਾ। ਇੱਕ ਪਾਸੇ ਉਹਦੇ ਵਿਚਾਰੇ ਦੀ ਕੋਸ਼ਿਸ਼ ਹੈ ਅੰਦਰ ਦੀ ਮੈਲ ਢੱਕਣੀ, ਤੇ ਕੋਸ਼ਿਸ਼ ਹੈ ਬਾਹਰ ਅੰਦਰ ਦੀ ਮੈਲ ਬਾਹਰ ਜ਼ਾਹਰ ਨਾ ਹੋਵੇ, ਇਸ ਲਈ ਬਾਹਰੋਂ ਵੀ ਉਸ ਨੂੰ ਬਹੁਤ ਕੁਝ ਯਤਨ ਕਰਨਾ ਪੈਂਦਾ। ਉਹ ਆਪਣੀ ਆਪ ਵਿੱਚ ਹੀ ਚੱਕੀ ਦੇ ਦੋ ਪੁੜਾਂ ਵਿੱਚ ਪਿਸਦਾ। ਅੰਦਰ ਨੂੰ ਕੱਜਣਾ ਕੋਈ ਸੌਖਾ ਨਹੀਂ, ਕਿੰਨੀ ਮਿਹਨਤ ਤੇ ਯਤਨ ਉਹਨੂੰ ਕਰਨਾ ਪੈਂਦਾ ਹੈ। ਬਾਹਰ ਦੇ ਹਿਸਾਬ ਨਾਲ ਵੱਖਰਾ ਵਿਖਾਵਾ ਕਰਨਾ ਪੈਂਦਾ ਹੈ, ਯਤਨ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਚੰਗਾ ਵਿਖਾਉਣ ਲਈ। ਉਹਦੀ ਕਸ਼ਮਕਸ਼ ਬੜੀ ਲੰਮੇਰੀ ਹੈ, ਤੇ ਸਾਰੀ ਜ਼ਿੰਦਗੀ ਉਹ ਇਹੋ ਹੀ ਸਟਰਗਲ ਕਰਦਾ ਰਹਿੰਦਾ ਹੈ, ਇਹੋ ਹੀ ਕਸ਼ਮਕਸ਼ ਵਿੱਚ ਉਲਝਿਆ ਰਹਿੰਦਾ ਹੈ। ਡਰ ਬਣਿਆ ਰਹਿੰਦਾ ਵੀ ਅੰਦਰਲਾ ਕਿਤੇ ਪੱਖ ਬਾਹਰ ਨਾ ਜ਼ਾਹਰ ਹੋ ਜਾਏ, ਤੇ ਬਾਹਰ ਕੋਸ਼ਿਸ਼ ਰਹਿੰਦੀ ਹੈ ਵੀ ਕਿੱਥੇ ਕਿਹਨੂੰ ਕਿਹੋ ਜਿਹਾ ਬਣ ਕੇ ਵਿਖਾਵਾਂ। ਪਰ ਜਿਹੜਾ ਜੀਉ ਨਿਰਮਲ ਬਾਹਰੋਂ ਨਿਰਮਲ ਹੈ, ਉਹਨੂੰ ਤਾਂ ਸਤਿਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਨੇ, ਸਤਿਗੁਰ ਤੇ ਕਰਨੀ ਕਮਾਣੀ। ਉਹ ਕਿਉਂ ਨਿਰਮਲ ਹੈ? ਕਿਉਂਕਿ ਉਹਨੇ ਗੁਰੂ ਦਾ ਬਚਨ ਮੰਨਿਆ, ਸਤਿਗੁਰੂ ਦਾ ਉਪਦੇਸ਼ ਕਮਾਇਆ, ਗੁਰੂ ਮੱਤ ਨੂੰ ਮਨ ਉੱਤੇ ਲਾਗੂ ਕੀਤਾ, ਉਹਨੇ ਮਨ ਨੂੰ ਸਵਾਰਨ ਵੱਲ ਵਧੇਰੇ ਧਿਆਨ ਦਿੱਤਾ। ਹੁਣ ਉਹਨੂੰ ਕੋਈ ਕਸ਼ਮਕਸ਼ ਨਹੀਂ, ਉਹ ਸਹਿਜ ਸੁਭਾਅ ਹੀ ਚੰਗਾ ਹੈ। ਉਹਨੂੰ ਕਿਸੇ ਨੂੰ ਵੇਖ ਕੇ ਚੰਗਾ ਵਿਹਾਰ ਨਹੀਂ ਕਰਨਾ ਪੈਂਦਾ, ਕਿਸੇ ਦਾ ਮੂੰਹ ਨਹੀਂ ਰੱਖਣਾ ਪੈਂਦਾ, ਕਿਸੇ ਜਗ੍ਹਾ ਤੇ ਆਪਣੇ ਮੁਖੌਟਾ ਨਹੀਂ ਪਹਿਨਣਾ ਪੈਂਦਾ। ਉਹ ਅੰਦਰ ਦੀ ਪਵਿੱਤਰਤਾ ਉਹਦੀ ਕਰਮਾਂ ਦੇ ਰਾਹੀਂ ਪ੍ਰਗਟ ਹੋ ਜਾਂਦੀ। ਕਿਉਂ ਹੈ ਉਹ ਪਵਿੱਤਰ? ਕਿਉਂਕਿ ਉਸਨੇ ਪਰਮੇਸ਼ਰ ਵਾਹਿਗੁਰੂ ਦੇ ਪਵਿੱਤਰ ਨਾਮ, ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਉਹਨੇ ਆਪਣਾ ਚਿੰਤਨ ਚੰਗਾ ਕੀਤਾ, ਉਹਨੇ ਆਪਣੇ ਚੇਤੇ ਵਿੱਚ, ਉਹਨੇ ਆਪਣੇ ਮਨ ਵਿੱਚ ਸੁਚੱਜੇ ਪਵਿੱਤਰ ਖਿਆਲਾਂ ਨੂੰ ਜਗ੍ਹਾ ਦਿੱਤੀ। ਇਹ ਅਭਿਆਸ ਉਹਨੇ ਕੀਤਾ ਨਿਰੰਤਰ, ਬੜੀ ਵੱਡੀ ਮਸ਼ੱਕਤ ਕੀਤੀ ਉਹਨੇ ਆਪਣੇ ਆਪ ਨਾਲ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਸੋ ਨਿਰਮਲ ਨਿਰਮਲ ਹਰ ਗੁਣ ਗਾਵੈ। ਉਹ ਪਵਿੱਤਰ ਜੀਵਨ ਵਾਲਾ ਹੈ ਜਿਹੜਾ ਵਾਹਿਗੁਰੂ ਦੇ ਪਵਿੱਤਰ ਗੁਣਾਂ ਨੂੰ ਜਪਦਾ ਹੈ, ਵਾਹਿਗੁਰੂ ਦੇ ਪਵਿੱਤਰ ਨਾਮ ਨਾਲ ਜੁੜਦਾ ਹੈ। ਅਕਾਲ ਪੁਰਖ ਦੀ ਪਵਿੱਤਰ ਯਾਦ ਵਿੱਚ ਇੱਕ ਸੁਰ ਹੈ ਜਿਸ ਦੇ ਚੇਤੇ ਵਿੱਚ ਮੈਲ ਨਹੀਂ ਹੈ। ਭਗਤ ਜੀ ਉਸ ਨੂੰ ਕੀ ਸਮਝਦੇ ਹਨ? ਕਹਿੰਦੇ ਨੇ, ਸੋ ਭਾਈ ਮੇਰਾ ਮਨ ਭਾਵੇ। ਉਹ ਮੇਰਾ ਭਰਾ ਹੈ, ਮੇਰਾ ਆਪਣਾ ਹੈ। ਉਹ ਮਨੁੱਖ ਭਾਵੇਂ ਕਿਸੇ ਬਰਾਦਰੀ ਦਾ ਹੋਵੇ, ਕੋਈ ਬੋਲੀ ਬੋਲਦਾ ਹੋਵੇ, ਕੋਈ ਪਹਿਰਾਵਾ ਪਹਿਨਦਾ ਹੋਵੇ, ਕੋਈ ਕਿੱਤਾ ਕਰਦਾ ਹੋਵੇ, ਕਹਿੰਦੇ ਉਹ ਮੈਨੂੰ ਆਪਣੇ ਭਰਾਵਾਂ ਆਪਣਿਆਂ ਵਰਗਾ ਲੱਗਦਾ। ਭਾਈ ਆਪਾਂ ਕਿਹਨੂੰ ਕਹਿੰਦੇ ਆ? ਜਿਹੜਾ ਸਾਡੇ ਸਭ ਤੋਂ ਨੇੜੇ ਹੈ, ਜਿਹਦੇ ਨਾਲ ਸਾਡਾ ਕੋਈ ਬਹੁਤ ਡੂੰਘਾ ਰਿਸ਼ਤਾ ਹੈ। ਕਹਿੰਦੇ ਉਹ ਮੈਨੂੰ ਆਪਣਾ ਲੱਗਦਾ ਹੈ, ਉਹਦੇ ਵਿੱਚੋਂ ਮੈਨੂੰ ਆਪਣਾਪਨ ਦਿਸਦਾ ਹੈ ਵੀ ਉੱਥੇ ਖਤਰਾ ਕੋਈ ਨਹੀਂ ਨਾ। ਆਪਣਾ ਸਾਡਾ ਉਹੀ ਬਣਦਾ ਜਿਹੜਾ ਸਾਡੇ ਨਾਲ ਵਫਾ ਕਰੇ, ਜਿਹਦੇ ਕੋਲੋਂ ਸਾਨੂੰ ਕੋਈ ਖਤਰਾ ਨਾ ਹੋਵੇ। ਜਿਸ ਕੋਲੋਂ ਸਾਨੂੰ ਕੋਈ ਖਤਰਾ ਭਾਸੇ ਨਾ, ਉਹ ਸਾਡੇ ਬਲੱਡ ਰਿਲੇਸ਼ਨ ਵਾਲੇ ਵੀ ਸਾਨੂੰ ਬੇਗਾਨੇ ਲੱਗਣ ਲੱਗ ਜਾਂਦੇ, ਉਹਨਾਂ ਤੋਂ ਡਰ ਲੱਗਦਾ, ਉਹਨਾਂ ਤੋਂ ਸਾਡੀ ਦੂਰੀ ਬਣ ਜਾਂਦੀ। ਤੇ ਜਿਸ ਨਾਲ ਸਾਡਾ ਖੂਨ ਦਾ ਰਿਸ਼ਤਾ ਵੀ ਨਾ ਹੋਵੇ, ਕਿਤੇ ਕੋਈ ਪੁਰਾਣੀ ਜਾਣ ਪਛਾਣ ਵੀ ਨਾ ਹੋਵੇ, ਜਦੋਂ ਸਾਡੇ ਨਾਲ ਵਫਾ ਕਰਦਾ ਹੈ, ਸਾਡਾ ਮਦਦਗਾਰ ਸਾਬਤ ਹੁੰਦਾ ਹੈ, ਜਦੋਂ ਉਹ ਸਾਡੇ ਨਾਲ ਨਿਰਮਲ ਭਾਵ ਨਾਲ, ਚੰਗੀ ਭਾਵਨਾ ਨਾਲ ਵਰਤਦਾ, ਤੇ ਸਾਨੂੰ ਉਹ ਆਪਣਾ ਜਿਹਾ ਲੱਗਣ ਲੱਗ ਪੈਂਦਾ ਵੀ ਇਹ ਸਾਡਾ ਆਪਣਾ ਵਾ। ਅਸੀਂ ਖੁਸ਼ੀ ਵੀ ਉਹਦੇ ਨਾਲ ਸਾਂਝੀ ਕਰਦੇ ਹਾਂ, ਦੁੱਖ ਵੀ ਉਹਦੇ ਨਾਲ ਸਾਂਝਾ ਕਰਦੇ ਹਾਂ, ਔਰ ਉਸ ਮਨੁੱਖ ਦੇ ਨਾਲ ਅਸੀਂ ਇੰਨਾ ਯਕੀਨ ਪਾੜ ਲੈਂਦੇ, ਭਰੋਸਾ ਕਰਦੇ ਹਾਂ ਵੀ ਸਾਡੇ ਜੀਵਨ ਦੀ ਹਰ ਗੱਲ ਉਹਦੇ ਨਾਲ ਸਾਂਝੀ ਹੁੰਦੀ। ਸਾਨੂੰ ਲੱਗਦਾ ਹੀ ਨਹੀਂ ਵੀ ਇਹ ਮਨੁੱਖ ਸਾਨੂੰ ਕੋਈ ਨੁਕਸਾਨ ਪਹੁੰਚਾਏਗਾ। ਉੱਥੇ ਡਰ ਨਹੀਂ ਰਹਿੰਦਾ, ਉੱਥੇ ਪ੍ਰੇਮ ਦਾ ਰਿਸ਼ਤਾ ਬਣ ਜਾਂਦਾ, ਉੱਥੇ ਵਫਾਦਾਰੀ ਦਾ ਰਿਸ਼ਤਾ, ਭਰੋਸੇ ਦਾ ਰਿਸ਼ਤਾ ਬਣ ਜਾਂਦਾ। ਤਾਂ ਉਹਨੂੰ ਅਸੀਂ ਭਾਈ ਕਹਿੰਦੇ ਵੀ ਸਾਡਾ ਆਪਣਾ ਹੈ। ਆਪਣਾਪਨ ਚੰਗੀ ਭਾਵਨਾ ਨਾਲ ਤੇ ਵਫਾਦਾਰੀ ਦੇ ਵਿੱਚੋਂ ਪੈਦਾ। ਜਿੱਥੇ ਵਫਾਦਾਰੀ ਕੋਈ ਨਹੀਂ, ਉੱਥੇ ਬੇਗਾਨਾਪਨ ਆ ਜਾਂਦਾ ਮਨ 'ਚ, ਉੱਥੇ ਡਰ ਲੱਗਦਾ ਵੀ ਖੌਰੇ ਬੰਦਾ ਕੀ ਵਿਹਾਰ ਕਰੇਗਾ, ਇਹਦਾ ਯਕੀਨ ਕਿਵੇਂ ਕਰੀਏ, ਇਹ ਤੇ ਭਰੋਸਾ ਕਿਵੇਂ ਕਰੀਏ। ਜਦੋਂ ਸਾਨੂੰ ਉਹਦੀ ਭਾਵਨਾ ਤੇ ਸ਼ੱਕ ਹੋ ਜਾਏ, ਸਾਡਾ ਯਕੀਨ ਨਹੀਂ ਬਚਦਾ, ਉਹ ਭਾਵੇਂ ਲੱਖਾਂ ਦਲੀਲਾਂ ਦੇ। ਜਿਸ ਨੂੰ ਮਹਾਰਾਜ ਬਾਣੀ 'ਚ ਕਹਿੰਦੇ ਨਾ, ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੇ ਕੁਸ਼ੁੱਧੇ ਜਾਏ। ਉਸ ਨੂੰ ਅੰਦਰ ਕਪਟ ਰੱਖਣ ਵਾਲਾ ਵੀ ਕਿਹਾ ਹੈ,
ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਤੋ ਗਰੀਬ ਨਵਾਜ ਮਹਾਰਾਜ ਉਸ ਨੂੰ ਆਪਣਾ ਨਹੀਂ ਕਹਿੰਦੇ, ਉਹ ਤਾਂ ਆਪਣਾ ਹੋ ਕੇ ਵੀ ਬੇਗਾਨਾ ਹੋ ਜਾਂਦਾ। ਆਪਣਾ ਕੌਣ ਹੈ? ਜਿਸ ਦੀ ਭਾਵਨਾ ਤੁਹਾਡੇ ਲਈ ਚੰਗੀ ਹੈ, ਤੁਹਾਡਾ ਭਲਾ ਲੋਚਣ ਵਾਲਾ ਹੈ, ਤੁਹਾਡਾ ਮਦਦਗਾਰ ਹੈ, ਜਿਹੜਾ ਤੁਹਾਡੇ ਨਾਲ ਵਫਾ ਕਰਦਾ ਹੈ, ਉਹ ਤੁਹਾਡਾ ਆਪਣਾ ਹੈ। ਕਬੀਰ ਜੀ ਆਖਦੇ ਨੇ, ਉਹ ਮੈਨੂੰ ਆਪਣਾ ਭਾਈ ਲੱਗਦਾ ਹੈ, ਸੋ ਭਾਈ ਮੇਰੇ ਮਨ ਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਉਹਦਾ ਪਵਿੱਤਰ ਜੀਵਨ, ਮੈਲ ਹੈ ਨਹੀਂ, ਨਾ ਉਹਦੇ ਖਿਆਲ ਵਿੱਚ ਮੈਲ ਹੈ, ਨਾ ਉਹਦੀ ਭਾਵਨਾ ਮੈਲੀ ਹੈ, ਨਾ ਉਹਦਾ ਵਿਹਾਰ ਤੇ ਕਰਮ ਕਿਰਦਾਰ ਮੈਲਾ ਹੈ। ਉਹਦੇ ਉੱਤੇ ਯਕੀਨ ਕੀਤਾ ਜਾ ਸਕਦਾ, ਭਰੋਸਾ ਕੀਤਾ ਜਾ ਸਕਦਾ। ਉਹਦੇ ਕੋਲੋਂ ਤੁਹਾਨੂੰ ਕੋਈ ਡਰ ਨਹੀਂ, ਕੋਈ ਖਤਰਾ ਨਹੀਂ, ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਜੇ ਕਰੇਗਾ ਤੇ ਭਲਾ ਹੀ ਕਰੇਗਾ। ਇਸ ਵਾਸਤੇ ਫਰਮਾਉਂਦੇ ਨੇ ਆਰੰਭ ਦੇ ਵਾਕ ਵਿੱਚ, ਜੋ ਜਨ ਲੇਹ ਖਸਮ ਕਾ ਨਾਉ, ਜਿਹੜੇ ਜਨ, ਬਹੁ ਵਚਨ ਵਿੱਚ ਹੈ, ਜਿਹੜੇ ਵੀ ਇਨਸਾਨ, ਜਿਹੜੇ ਪਰਮੇਸ਼ਰ ਦੇ ਪਿਆਰੇ ਉਸ ਖਸਮ ਦਾ, ਮਾਲਕ ਦਾ ਨਾਮ ਗ੍ਰਹਿਣ ਕਰਦੇ ਨੇ, ਉਹਦੀ ਹੋਂਦ ਦਾ ਅਹਿਸਾਸ ਕਰਦੇ ਨੇ, ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਦੇ ਨੇ, ਉਹਦੀ ਯਾਦ ਵਿੱਚ, ਇਬਾਦਤ ਵਿੱਚ ਜੁੜਦੇ ਨੇ। ਤਿਨ ਕੈ ਸਦ ਬਲਿਹਾਰੈ ਜਾਉ, ਉਹਨਾਂ ਤੋਂ ਮੈਂ ਸਦਾ ਹੀ ਕੁਰਬਾਨ ਜਾਂਦਾ, ਵਾਰਨੇ ਜਾਂਦਾ, ਬਲਿਹਾਰ ਜਾਂਦਾ, ਆਪਣਾ ਆਪ ਉਹਨਾਂ ਤੋਂ ਘੋਲ ਘੁਮਾਉਂਦਾ, ਸਦਕੇ ਜਾਂਦਾ। ਜਿਹ ਘਟ ਰਾਮ ਰਹਿਆ ਭਰਪੂਰ, ਘਟ ਦਾ ਅਰਥ ਹੈ ਹਿਰਦਾ, ਰਾਮ ਤੋਂ ਭਾਵ ਹੈ ਰਮਿਆ ਸਰਵ ਵਿਆਪਕ ਪਰਮੇਸ਼ਰ, ਭਰਪੂਰ ਪਰਿਪੂਰਨ ਹੈ। ਜਿਸ ਦੇ ਹਿਰਦੇ ਵਿੱਚ ਨਕੋ ਨਾਕ ਉਸ ਵਾਹਿਗੁਰੂ ਦੀ ਯਾਦ, ਸਰਵ ਵਿਆਪਕ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਮੌਜੂਦ ਹੈ, ਜਿਸ ਦੇ ਹਿਰਦੇ ਵਿੱਚ ਉਹ ਜ਼ਾਹਰ ਹੈ, ਜਿਸ ਦੇ ਅੰਦਰ ਲੁਕਿਆ ਹੋਇਆ ਨਹੀਂ, ਜਿਸ ਨੇ ਆਪਣੇ ਹਿਰਦੇ ਵਿੱਚੋਂ ਉਸ ਪਰਮੇਸ਼ਰ ਨੂੰ ਪਹਿਚਾਣਿਆ ਹੈ ਕਿ ਮੈਂ ਉਸ ਦਾ ਰੂਪ ਹਾਂ, ਉਹ ਮੇਰੇ ਅੰਤਰਾਤਮੇ ਵਿੱਚ ਵਾਸ ਰੱਖਦਾ ਹੈ। ਤਿਨ ਕੀ ਪੱਗ ਪੰਕਜ ਹਮ ਧੂਰ, ਭਗਤ ਜੀ ਫਰਮਾਉਂਦੇ ਨੇ, ਉਸ ਦੇ ਕਦਮਾਂ ਦੀ ਮੈਂ ਖਾਕ ਹਾਂ। ਪੰਕ ਕਹਿੰਦੇ ਨੇ ਪੰਕਜ, ਚਿੱਕੜ ਦੇ ਵਿੱਚੋਂ ਉਗਣ ਵਾਲਾ ਕਮਲ ਫੁੱਲ, ਪੰਕ ਚਿੱਕੜ ਨੂੰ ਕਹਿੰਦੇ ਨੇ। ਜਿਵੇਂ ਆਪਾਂ ਰੋਜ਼ ਇਹ ਮਹਾਰਾਜ ਦਾ ਵਾਕ ਪੜ੍ਹਦੇ ਨੇ, ਪੰਕ ਜੋ ਮੋਹ ਚੀਜੇ ਨੂੰ ਔਂਕੜ ਹੈ, ਪੰਕ ਜੋ ਮੋਹ ਜਿਹੜਾ ਮੋਹ ਦਾ ਚਿੱਕੜ ਹੈ। ਜਿਹੜੇ ਸ਼ਬਦ ਲਈ ਜੀਜੇ ਨੂੰ ਔਂਕੜ ਲਾ ਦਿੱਤਾ, ਇਹ ਪੰਕਜ ਨਹੀਂ ਹੈ, ਪੰਕ ਜੋ, ਜਿਹੜਾ ਮੋਹ ਦਾ ਚਿੱਕੜ ਹੈ। ਪੰਕ, ਪੰਕ ਚਿੱਕੜ ਨੂੰ ਕਹਿੰਦੇ। ਜੇ ਆਪਾਂ ਇਕੱਠਾ ਬੋਲਾਂਗੇ ਪੰਕਜ, ਤਾਂ ਜੀਜੇ ਨੂੰ ਔਂਕੜ ਵਾਲਾ ਅਰਥ ਜਿਹੜਾ ਉਹ ਗਵਾਚ ਜਾਏਗਾ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀਲੇ। ਇਸ ਵਾਸਤੇ ਨੂੰ ਸੰਧੀ ਛੇਦ ਕੀ ਕਹਿੰਦੇ ਨੇ, ਵੀ ਜੀਜੇ ਨੂੰ ਅਲੱਗ ਬੁਲਾਉਣਾ, ਥੋੜਾ ਜਿਹਾ ਸਪੇਸ ਦੇ ਕੇ, ਵਿਸਰਾਮ ਦੇ ਕੇ। ਤੋ ਇੱਥੇ ਸ਼ਬਦ ਕੀ ਵਰਤਿਆ ਹੈ? ਤਿੰਨ ਕੀ ਪੱਗ ਪੰਕਜ, ਇੱਥੇ ਜੀਜੇ ਨੂੰ ਕੋਈ ਔਂਕੜ ਨਹੀਂ, ਸ਼ਬਦ ਇਕੱਠਾ ਹੈ ਪੰਕਜ। ਚਿੱਕੜ ਵਿੱਚ ਉੱਗੇ ਹੋਏ ਕਮਲ ਫੁੱਲ ਵਰਗੇ ਚਰਨ, ਤਿੰਨ ਕੀ ਪੱਗ ਪੰਕਜ, ਉਹਨਾਂ ਦੀ ਸ਼ਰਨਾਗਤ, ਉਹਨਾਂ ਦੀ ਸ਼ਰਨ। ਤਿੰਨ ਕੀ ਪੱਗ ਪੰਕਜ ਹਮ ਧੂਰ, ਮੈਂ ਉਹਨਾਂ ਦੀ ਸ਼ਰਨ ਵਿੱਚ ਸਮਰਪਣ ਕਰਦਾ, ਆਤਮ ਸਮਰਪਣ ਕਰਦਾ। ਆਪਣੀ ਈਗੋ, ਆਪਣੀ ਹਉਮੈ, ਆਪਣਾ ਹੰਕਾਰ ਤਿਆਗ ਕੇ ਮੈਂ ਉਹਨਾਂ ਦੀ ਸੋਭਤ ਸੰਗਤ ਵਿੱਚ ਸਮਰਪਿਤ ਹਾਂ। ਬਾਣੀ 'ਚ ਬਹੁਤ ਵਾਕ ਨੇ, ਜਿੱਥੇ ਚਰਨ ਧੂਰ ਮੁਖ ਲਾਈ, ਇਹ ਸ਼ਬਦ ਵੀ ਵਰਤਿਆ। ਧੂੜੀ ਕਰ ਇਸ਼ਨਾਨ, ਇਹ ਸ਼ਬਦ ਵੀ ਵਰਤਿਆ। ਮੈਂ ਤਿੰਨਾਂ ਦੇ ਚਰਨਾਂ ਦੀ ਖਾਕ ਹੋ ਜਾਵਾਂ ਜਾਂ ਖਾਕ ਹਾਂ, ਇਹ ਸ਼ਬਦ ਵੀ ਵਰਤਿਆ। ਇੱਕ ਬਿੰਬ ਪ੍ਰਤੀਕ ਹੈ। ਜਿਵੇਂ ਹੁਣ ਮਹਾਰਾਜ ਬਾਣੀ 'ਚ ਕਹਿਣਗੇ, ਕੇਸਾਂ ਕਾ ਕਰ ਚਵਰ ਢੁਲਾਵਾਂ, ਚਰਨ ਧੂਰ ਮੁਖ ਲਾਈ। ਤੇ ਕੋਈ ਜਦੋਂ ਮੁਹਾਵਰਾ ਜਾਂ ਵਾਕ ਵਰਤਿਆ ਜਾਂਦਾ ਤੇ ਉਹਦੇ ਪਿੱਛੇ ਜਿਹੜੀ ਫੀਲਿੰਗ ਹੁੰਦੀ ਉਹਨੂੰ ਸਮਝਣਾ ਬਣਦਾ। ਕੇਸਾਂ ਕਾ ਚਵਰ, ਜੇ ਇਹਨੂੰ ਸ਼ਬਦਾਂ ਨੂੰ ਹੀ ਪ੍ਰੈਕਟੀਕਲ ਰੂਪ ਦੇ ਲਈ, ਸਿੱਧੇ ਬਿਨਾਂ ਭਾਵ ਨੂੰ ਵਿਚਾਰੇ, ਤਾਂ ਪੋਸੀਬਲ ਹੈ ਵੀ ਆਪਣੇ ਕੇਸਾਂ ਦਾ ਕੋਈ ਚੌਰ ਬਣਾਏ ਤੇ ਫਿਰ ਕਿਸੇ ਦੇ ਉੱਤੇ ਝੁਲਾਏ। ਜਿੱਦਾਂ ਇਹ ਇੱਕ ਪ੍ਰਤੀਕ ਹੈ, ਇਹਦੇ ਪਿੱਛੇ ਦੀ ਭਾਵਨਾ ਨੂੰ ਸਮਝਣਾ, ਉਸੇ ਤਰ੍ਹਾਂ ਚਰਨ ਧੂਰ ਮੁਖ ਲਾਈ ਦੀ ਭਾਵਨਾ ਨੂੰ ਵੀ ਸਮਝਣਾ।
ਦੋਵੇਂ ਚੀਜ਼ਾਂ ਇੱਕੇ ਪੰਕਤੀ ਦੇ ਵਿੱਚ ਆਉਂਦੀਆਂ ਨਾ, ਦੋਵੇਂ ਪ੍ਰਤੀਕ ਇੱਕੇ ਪੰਕਤੀ 'ਚ ਹੀ ਆਏ ਨੇ। ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂਰ ਮੁਖ ਲਾਈ। ਇਹਦਾ ਭਾਵ ਕੀ ਹੈ ਕਿ ਮੈਂ ਆਪਣਾ ਜਿਸਮ ਵਾਰਨੇ ਕਰਦਿਆਂ ਚੌਰ ਕਿਹਦੇ ਤੇ ਚਲਾਇਆ ਜਾਂਦਾ? ਜਿਹਦੀ ਤੁਸੀਂ ਪ੍ਰਭਤਾ ਦਾ ਅਹਿਸਾਸ ਕਰਦੇ। ਚੌਰ ਪ੍ਰਭਤਾ ਦਾ ਪ੍ਰਤੀਕ ਹੈ, ਸਨਮਾਨ ਦਾ ਪ੍ਰਤੀਕ ਹੈ। ਜਿਸ ਦੀ ਉੱਚੀ ਪ੍ਰਭਤਾ ਹੈ, ਜਿਸ ਦੀ ਉੱਚੀ ਸ਼ਾਨ ਹੈ, ਉਹਦੀ ਸ਼ਾਨ ਤੇ ਪ੍ਰਭਤਾ ਦਾ ਆਦਰ ਕਰਦਿਆਂ ਚੌਰ ਜਿਹੜਾ ਇੱਕ ਚਿੰਨ੍ਹ ਹੈ, ਇੱਕ ਪ੍ਰਤੀਕ ਹੈ। ਕਈ ਵਾਰ ਸਾਨੂੰ ਲੱਗਦਾ ਵੀ ਖੌਰੇ ਅਸੀਂ ਮੱਖੀਆਂ ਉਡਾਉਣ ਵਾਸਤੇ ਚੌਰ ਕਰਦੇ ਹਾਂ, ਕਈਆਂ ਨੂੰ ਵੀ ਭੁਲੇਖਾ ਰਹਿੰਦਾ। ਨਹੀਂ, ਚੌਰ ਚੰਦੋਆ ਸਤਿਗੁਰ ਕਾ ਖਿਵੈ ਚੰਦੋਆ, ਇਹ ਪ੍ਰਭਤਾ ਦਾ ਪ੍ਰਤੀਕ ਹੈ, ਬਾਦਸ਼ਾਹੀ ਚਿੰਨ੍ਹ ਹੈ। ਰੂਹਾਨੀ ਬਾਦਸ਼ਾਹਤ ਦੇ ਪ੍ਰਤੀਕ ਹਨ ਇਹ ਚਿੰਨ੍ਹ। ਹਰ ਕਲਚਰ ਦੇ ਵਿੱਚ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਚੀਜ਼ ਨੂੰ ਰੀਪ੍ਰਜੈਂਟ ਕਰਦੀਆਂ। ਤੇ ਚੌਰ ਕਿਹੜੀ ਚੀਜ਼ ਨੂੰ ਰੀਪ੍ਰਜੈਂਟ ਕਰਦਾ ਹੈ? ਰੂਹਾਨੀ ਪ੍ਰਭੂ ਸੱਤਾ ਨੂੰ। ਗੁਰੂ ਦੀ ਹਸਤੀ, ਗੁਰੂ ਦੀ ਸ਼ਾਨ, ਗੁਰੂ ਦਾ ਰੁਤਬਾ ਸਭ ਤੋਂ ਉਚੇਰਾ ਹੈ। ਗੁਰੂ ਦੀ ਆਪਣੀ ਪ੍ਰਭੂ ਸੱਤਾ ਹੈ। ਗੁਰੂ ਕਿਸੇ ਤੇ ਡਿਪੈਂਡ ਨਹੀਂ। ਗੁਰੂ ਇੱਕ ਆਜ਼ਾਦ ਹਸਤੀ ਹੈ। ਗੁਰੂ ਦਾ ਆਪਣਾ ਇੱਕ ਰੁਤਬਾ ਤੇ ਪ੍ਰਭੂ ਸੱਤਾ ਹੈ। ਗੁਰੂ ਦੀ ਆਪਣੀ ਆਜ਼ਾਦੀ ਹੈ। ਗੁਰੂ ਦੀ ਆਪਣੀ ਉੱਚੀ ਹੋਂਦ ਹੈ। ਗੁਰੂ ਰੂਹਾਨੀਅਤ ਦਾ ਬਾਦਸ਼ਾਹ ਹੈ। ਇਸ ਦੇ ਤੁਲ ਹੋਰ ਕੋਈ ਨਹੀਂ ਮੇਰੇ ਲਈ। ਤੋ ਇਸ ਵਾਸਤੇ ਗੁਰੂ ਪਾਤਸ਼ਾਹ ਦੇ ਉੱਤੇ ਅਸੀਂ ਚੌਰ ਕਰਦੇ ਹਾਂ। ਗੁਰੂ ਦੇ ਉੱਤੇ ਚੰਦੋਆ ਲਾਇਆ ਜਾਂਦਾ ਹੈ। ਪਰ ਸਿੱਖ ਮਜ਼ਹਬ ਦੇ ਵਿੱਚ ਇਸ ਚੀਜ਼ ਨੂੰ ਨਕਾਰਿਆ ਜਾਂਦਾ ਹੈ ਵੀ ਜੇ ਕੋਈ ਗੁਰੂ ਦੀ ਬਰਾਬਰੀ ਕਰਦਿਆਂ ਆਪਣੇ ਤੇ ਚੌਰ ਚੁਲਾਏ ਤਾਂ ਉਸ ਨੂੰ ਗੁਸਤਾਖੀ ਮੰਨਿਆ ਜਾਂਦਾ ਹੈ। ਕਿਉਂਕਿ ਸਾਡੇ ਲਈ ਸਰਵਉੱਚ ਰੁਤਬਾ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦਾ ਹੈ, ਕਿਸੇ ਹੋਰ ਮਨੁੱਖ ਦਾ ਨਹੀਂ। ਸਤਿਕਾਰ ਸਭਨਾਂ ਦਾ, ਪਰ ਗੁਰੂ ਵਾਲਾ ਰੁਤਬਾ ਅਸੀਂ ਕਿਸੇ ਨੂੰ ਪ੍ਰਦਾਨ ਨਹੀਂ ਕਰਦੇ। ਇਸ ਲਈ ਜਿੰਨੇ ਵੀ ਸਾਡੇ ਵਿੱਚ ਮਹਾਨ ਵਿਅਕਤੀ ਹੋਏ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਮਹਾਰਾਜ ਸਾਹਮਣੇ ਸਮਰਪਿਤ ਕੀਤਾ ਹੈ ਤੇ ਆਪਣੇ ਨਾਲ ਚੱਲਣ ਵਾਲਿਆਂ ਨੂੰ ਵੀ ਉਹਨਾਂ ਨੇ ਇਹੀ ਸਮਝਾਇਆ ਵੀ ਗੁਰੂ ਤੋਂ ਉੱਚਾ ਰੁਤਬਾ ਕਿਸੇ ਦਾ ਨਹੀਂ। ਹਾਂ, ਬੇਵਕੂਫਾਂ ਨੇ ਆਪਣੇ ਸਿਰ ਤੇ ਚੌਰ ਝੁਲਾ ਕੇ ਆਪਣੇ ਮਗਰ ਲੱਗਣ ਵਾਲਿਆਂ ਨੂੰ ਆਪਣੇ ਗੁਰੂ ਹੋਣ ਦਾ ਢੋਲ ਪਿੱਟ ਕੇ ਆਪ ਵੀ ਡੁੱਬੇ ਤੇ ਆਪਣੀ ਉਮਤ ਵੀ ਡੋਬੀ। ਉਹਨਾਂ ਨੇ ਐਸਾ ਜ਼ਰੂਰ ਕੀਤਾ, ਪਰ ਉਹਨਾਂ ਨੂੰ ਸਿੱਖੀ ਦੇ ਵਿੱਚ ਉਹ ਥਾਂ ਜਾਂ ਰੁਤਬਾ ਹਾਸਲ ਨਹੀਂ ਜਿਹੜਾ ਸਾਡੇ ਮਹਾਨ ਪੁਰਖਿਆਂ ਨੂੰ ਹਾਸਲ ਹੈ। ਤਾਂ ਮੈਂ ਇਹ ਉਦਾਹਰਣ ਇਸ ਕਰਕੇ ਦੇ ਰਿਹਾ ਸਾਂ ਵੀ ਕੋਈ ਚੀਜ਼ਾਂ ਜਿਹੜੀਆਂ ਪ੍ਰਤੀਕ ਹੁੰਦੀਆਂ, ਚੌਰ ਚਲਾਉਣਾ ਸ਼ਾਨ ਦਾ ਪ੍ਰਤੀਕ ਹੈ। ਤੋ ਇਹਦਾ ਭਾਵ ਹੈ ਵੀ ਮੈਂ ਉਹਦੀ ਸ਼ਾਨ ਅੱਗੇ ਝੁਕਦਾ, ਮੈਂ ਉਹਦੀ ਸ਼ਾਨ ਤੇ ਉਹਦੇ ਅਦਬ ਅੱਗੇ ਝੁਕਦਾ। ਤੇ ਦੂਜਾ, ਚਰਨ ਧੂਰ ਮੁਖ ਲਾਈ, ਖਾਕਸਾਰ ਹੋਣਾ। ਮੈਂ ਉਸ ਦੇ ਚਰਨਾਂ ਦੀ ਖਾਕ ਹੁੰਦਾ ਹਾਂ, ਭਾਵ ਮੈਂ ਉਹਦੇ ਸਾਹਮਣੇ ਸਮਰਪਿਤ ਹੁੰਦਾ। ਖਾਕ ਹੋਣ ਦਾ ਮਤਲਬ ਹੈ ਆਪਣੀ ਈਗੋ ਤਿਆਗ ਕੇ ਸਮਰਪਣ ਹੋ ਜਾ, ਸਰੈਂਡਰ ਕਰ ਦੇਣਾ ਆਪਣਾ ਆਪ। ਕਿਉਂਕਿ ਮਿੱਟੀ ਦਾ ਰੁਤਬਾ ਪੈਰਾਂ ਦੇ ਥੱਲੇ, ਚਰਨ ਧੂਰ, ਮੈਂ ਉਹਦੇ ਕਦਮਾਂ ਥੱਲੇ ਰਹਾਂ। ਮੈਂ ਆਪਣੇ ਜੀਵਨ ਵਿੱਚ ਨਿਮਰਤਾ ਤੇ ਨਿਰਮਾਣਤਾ ਲਿਆ ਕੇ ਖਾਕਸਾਰ ਹੋਵਾਂ ਉਹਦੇ ਸਾਹਮਣੇ। ਭਾਈ ਗੁਰਦਾਸ ਜੀ ਦੇ ਬੋਲ ਤਾਂ ਬਹੁਤ ਪਿਆਰੇ ਨੇ, ਜਿਹੜੇ ਐਕਸਪਲੇਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਹਨਾਂ ਪ੍ਰਤੀਕਾਂ ਨੂੰ। ਖੈਰ ਇੱਥੇ ਲਿਖਦੇ ਹਨ, ਤਿਨ ਕੀ ਪੱਗ ਪੰਕਜ ਹਮ ਧੂਰ, ਜਾਤ ਜੁਲਾਹਾ ਮਤ ਕਾ ਧੀਰ। ਭਗਤ ਜੀ ਖੁਦ ਹੀ ਆਪਣੀ ਜਾਤ ਦਾ ਜ਼ਿਕਰ ਕਰਦੇ ਨੇ। ਉਹ ਜਾਤ ਦੀ ਨਫ਼ਰਤ ਤੋਂ ਪਰੇ ਹਨ, ਪਰ ਉਹ ਕਿਉਂ ਜ਼ਿਕਰ ਕਰਦੇ ਨੇ? ਜਾਤ ਜੁਲਾਹਾ, ਵੀ ਜੁਲਾਹਾ ਜਾਤ ਵਿੱਚੋਂ ਪੈਦਾ ਹੋਣ ਵਾਲਾ ਕਬੀਰ ਮਤ ਕਾ ਧੀਰਜਵਾਨ ਹੈ। ਇਹ ਸ਼ਬਦ ਉਹਨਾਂ ਇਸ ਕਰਕੇ ਵਰਤਿਆ ਕਿਉਂਕਿ ਕੁਝ ਲੋਕ ਜਿਹੜੇ ਉੱਚ ਜਾਤੀਏ ਹਨ, ਉੱਚੀ ਜਾਤ ਵਾਲੇ ਹਨ, ਜਿਹੜੇ ਧਾਰਮਿਕ ਰਹਿਨੁਮਾਨ, ਜਿਹੜੇ ਜਾਤ ਪਾਤ ਦੀ ਜਿਲਣ ਵਿੱਚ ਫਸੇ ਹੋਏ ਨੇ, ਉਹ ਕਬੀਰ ਜੀ ਦੀ ਪ੍ਰਭਤਾ ਨੂੰ ਛਟਿਆਉਣ ਵਾਸਤੇ, ਨੀਵਾਂ ਵਿਖਾਉਣ ਵਾਸਤੇ ਉਹਨਾਂ ਦੀ ਜਾਤ ਤੇ ਬਰਾਦਰੀ ਦਾ ਨਾਮ ਬਾਰ-ਬਾਰ ਲੈ ਕੇ ਉਹਨੂੰ ਟਾਰਗੇਟ ਕਰ। ਇਹਨੂੰ ਕਹਿੰਦੇ ਨੇ ਕਿਸੇ 'ਚ ਹੀਣ ਭਾਵਨਾ ਪੈਦਾ ਕਰਨਾ। ਕਿਸੇ ਦੇ ਅੰਦਰ ਹੀਣ ਭਾਵਨਾ ਪੈਦਾ ਕਰਨ ਲਈ ਉਹ ਸ਼ਬਦ ਵਰਤਨੇ ਜਿਹੜੇ ਉਹਦੇ ਮਨ ਦੇ ਉੱਤੇ ਡੂੰਘਾ ਅਸਰ ਕਰਨ ਤੇ ਉਹਨੂੰ ਹੀਣ ਭਾਵਨਾ ਢਹਿੰਦੀ ਕਲਾ ਵਿੱਚ ਸੁੱਟ ਦੇਣ। ਇਹ ਵੀ ਇੱਕ ਹਥਿਆਰ ਹੈ, ਇਹ ਵੀ ਇੱਕ ਤਰੀਕਾ ਹੈ, ਪ੍ਰਾਪੋਗੰਡਾ ਹੈ।
ਪਰ ਕਬੀਰ ਜੀ ਤਾਂ ਬਹੁਤ ਉੱਚੀ ਸੁਰਤ ਦੇ ਮਾਲਕ ਨੇ, ਉਹਨਾਂ ਨੂੰ ਹੀਣ ਭਾਵਨਾ ਨਾਲ ਕੀ, ਉਹਨਾਂ ਨੇ ਕਿਹਾ ਠੀਕ ਹੈ, ਮੈਂ ਕੰਮ ਜਿਹੜਾ ਕਰਦਾ ਉਸ ਕੰਮ ਦਾ, ਉਸ ਕਿੱਤੇ ਦਾ ਨਾਮ ਜੁਲਾਹਾ ਕੰਮ ਕਿੱਤਾ ਹੈ। ਜਿਵੇਂ ਚਮੜੇ ਦਾ ਕੰਮ ਕਰਨਾ ਚਮਿਆਰ, ਲੋਹੇ ਦਾ ਕੰਮ ਕਰਨਾ ਲੁਹਾਰ, ਇਹ ਤਾਂ ਕਿੱਤੇ ਦਾ ਨਾਮ ਹੈ। ਮੇਰੇ ਮੱਥੇ ਤੇ ਥੋੜ੍ਹਾ ਲਿਖਿਆ ਵੀ ਮੈਂ ਕੌਣ ਹਾਂ। ਬੱਚਾ ਪੈਦਾ ਹੋਇਆ ਤੇ ਉਹਦਾ ਨਾਂ ਰੱਖਿਆ ਮਾਂ ਬਾਪ ਨੇ ਉਹਦੀ ਪਛਾਣ ਵਾਸਤੇ। ਤਾਂ ਮੇਰੀ ਪਛਾਣ ਇਹ ਹੈ, ਮੇਰਾ ਕਰਮ। ਨਾਂ ਵੀ ਕਈ ਵਾਰ ਬਹੁਤ ਉੱਚਾ ਰੱਖ ਲਵੇ ਬੰਦਾ ਤੇ ਕਰਮ ਨੀਵਾਂ ਹੋਵੇ ਤੇ ਤਾਂ ਵੀ ਗੱਲ ਨਹੀਂ, ਬੈਲੈਂਸ ਨਹੀਂ ਬਣਦਾ। ਮਨੁੱਖ ਦਾ ਕਰਮ ਹੀ ਉਸ ਦੀ ਅਸਲ ਇਮੇਜ ਹੈ, ਉਸ ਦੀ ਅਸਲ ਪਛਾਣ ਹੈ, ਉਸ ਦੀ ਆਇਡੈਂਟੀਫਿਕੇਸ਼ਨ। ਇੱਥੇ ਜ਼ਿਕਰ ਕਰਦੇ ਨੇ ਕਬੀਰ ਜੀ ਮਹਾਰਾਜ, ਕਹਿੰਦੇ ਜਾਤ ਜੁਲਾਹਾ। ਲੋਕ ਕਹਿੰਦੇ ਨੇ ਮੈਂ ਜੁਲਾਹੇ ਜਾਤ ਦਾ ਤੇ ਮੇਰੀ ਜਾਤ ਨੀਵੀਂ ਹੈ। ਐਸਾ ਲੋਕਾਂ ਦਾ ਮੰਨਣਾ ਹੈ ਵੀ ਮੇਰੀ ਜਾਤ ਨੀਵੀਂ ਹੈ। ਮਤ ਕਾ ਧੀਰ, ਪਰ ਕਹਿੰਦੇ ਨੇ ਤੁਸੀਂ ਜੋ ਮਰਜ਼ੀ ਆਖੋ, ਮੈਂ ਮਤ ਦਾ ਧੀਰਜਵਾਨ, ਭਾਵ ਵਾਹਿਗੁਰੂ ਦੀ ਮਿਹਰ ਦੇ ਨਾਲ ਮੇਰੀ ਮਤ ਵਿੱਚ ਧੀਰਜ ਹੈ, ਟਿਕਾਓ ਹੈ, ਬੈਲੈਂਸ ਹੈ। ਮੈਂ ਅੰਦਰੋਂ ਟਿਕਿਆ ਹੋਇਆ, ਮੈਨੂੰ ਕੋਈ ਭਟਕਣਾ ਨਹੀਂ। ਨਾ ਮੈਂ ਹੰਕਾਰ ਵਿੱਚ ਆ, ਨਾ ਮੈਂ ਹੀਣ ਭਾਵਨਾ ਵਿੱਚ, ਬਿਲਕੁਲ ਐਨ ਬੈਲੈਂਸ, ਬਿਲਕੁਲ ਐਨ ਸਹਿਜ ਵਿੱਚ, ਬਿਲਕੁਲ ਐਨ ਟਿਕਾਓ ਵਿੱਚ, ਮੇਰੀ ਮਤ ਵਿੱਚ ਟਿਕਾ ਹੈ। ਕਿਉਂ ਹੈ? ਸਹਿਜ ਸਹਿਜ ਗੁਣ ਰਮੈ ਕਬੀਰ। ਸਹਿਜ ਦਾ ਮਤਲਬ ਹੈ ਆਤਮਕ ਅਡੋਲਤਾ ਵਿੱਚ, ਅੰਦਰੋਂ ਬਿਲਕੁਲ ਸਟੇਬਲ ਹੋ ਕੇ, ਸ਼ਾਂਤ ਹੋ ਕੇ। ਸਹਿਜ ਸਹਿਜ ਗੁਣ ਰਮੈ, ਪਰਮੇਸ਼ਰ ਦੇ ਗੁਣਾਂ ਨੂੰ ਮੈਂ ਰਮਦਾ ਹਾਂ। ਰਮਣ ਦਾ ਮਤਲਬ ਹੁੰਦਾ ਹੈ ਮਾਨਣਾ। ਵਾਹਿਗੁਰੂ ਦੇ ਗੁਣਾਂ ਨੂੰ ਮੈਂ ਧਾਰਨ ਕਰਕੇ ਮਾਣਦਾ, ਹੰਢਾਉਂਦਾ, ਜੀਂਦਾ ਹਾਂ ਤੇ ਆਤਮਕ ਅਡੋਲਤਾ ਵਿੱਚ ਟਿਕਿਆ ਹੋਇਆ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।